ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਆਓ ਆਪਾਂ ਅੱਜ ਇਸ ਵਿਸ਼ੇ 'ਤੇ ਵਿਚਾਰ ਕਰਦੇ ਹਾਂ ਕਿ ਜਿਹੜੀ ਮੈਲੀ ਨਜ਼ਰ ਹੁੰਦੀ ਹੈ ਨਾ, ਮੈਲੀ ਨਜ਼ਰ ਇਨਸਾਨ ਦਾ ਸਾਰਾ ਜਪ ਤਪ ਨਸ਼ਟ ਕਰ ਦਿੰਦੀ ਹੈਗੀ ਆ। ਸੋ ਇਸ ਮੈਲੀ ਨਜ਼ਰ ਨੂੰ ਅਸੀਂ ਕਿਵੇਂ ਕਾਬੂ ਵਿੱਚ ਰੱਖਣਾ ਹੈਗਾ ਅਤੇ ਗੁਰੂ ਦੀ ਖੁਸ਼ੀ ਹਾਸਲ ਕਰਨੀ ਆ, ਇਸ ਦੇ ਉੱਤੇ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਆਓ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਪੁਰਾਤਨ ਸਮੇਂ ਦੇ ਵਿੱਚ ਇੱਕ ਜਿਹੜੀ ਕਹਾਵਤ ਹੁੰਦੀ ਸੀ, ਉਹ ਆਮ ਪਿੰਡਾਂ 'ਚ ਹੁੰਦੀ ਸੀ। ਉਹ ਕੀ ਸੀ ਕਿ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਸੋ ਅਸੀਂ ਉਹਨੂੰ ਸਮਝਦੇ ਹੁੰਦੇ ਸੀ ਕਿ ਬੁਰੀ ਨਜ਼ਰ ਵਾਲੇ ਉਹ ਲੋਕ ਹੈਗੇ ਆ ਜਿਹੜੇ ਧਰਮ ਤੋਂ ਸੱਖਣੇ ਹੈ, ਜਿਨ੍ਹਾਂ ਨੂੰ ਗਿਆਨ ਨਹੀਂ ਹੈ, ਜਿਨ੍ਹਾਂ ਨੂੰ ਧਰਮ ਦੀ ਸੋਝੀ ਨਹੀਂ। ਖਾਸ ਕਰਕੇ ਅਸੀਂ ਮੂੜ ਇਨਸਾਨ ਜਿਹੜੇ ਸੀਗੇ ਆਦਮੀ, ਉਹਨਾਂ ਨੂੰ ਜਿਹੜਾ ਸੀਗਾ ਉਹ ਹੀ ਮੰਨਦੇ ਸੀਗੇ ਕਿ ਇਹੋ ਹੀ ਇਨਸਾਨ ਜਿਹੜੇ ਬੁਰੀ ਨਜ਼ਰ ਵਾਲੇ ਆ। ਪਰ ਦੇਖੋ ਸਮਾਂ ਬਦਲਿਆ, ਸਮੇਂ ਦੇ ਵਿੱਚ ਅਸਲ ਦੀ ਜਗ੍ਹਾ ਨਕਲ ਚੀਜ਼ ਜਿਹੜੀ ਹੈਗੀ ਉਹ ਜ਼ਿਆਦਾ ਪ੍ਰਫੁੱਲਤ ਹੋ ਗਈ ਆ। ਅਤੇ ਅੱਜ ਦੇ ਜਿਹੜਾ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਮ ਇਨਸਾਨਾਂ ਨੇ ਜਿਹੜੇ ਮਖੌਟੇ ਉਹ ਧਰਮ ਦੇ ਪਹਿਲੇ, ਪਰ ਇਹਨਾਂ ਮਖੌਟਿਆਂ ਦੇ ਅੰਦਰ ਉਹਨਾਂ ਦੀ ਜਿਹੜੀ ਨਜ਼ਰ ਹੈਗੀ ਆ, ਇਹ ਨਜ਼ਰ ਅੱਤ ਮੈਲੀ ਹੈਗੀ ਆ। ਸੋ ਇਸੇ ਕਰਕੇ ਸਾਨੂੰ ਮਹਾਰਾਜ ਨੇ ਸਭ ਤੋਂ ਪਹਿਲਾਂ ਇਹ ਰਹਿਤਨਾਮਿਆਂ ਦੇ ਵਿੱਚ ਇਹ ਚੀਜ਼ ਚੰਗੀ ਤਰ੍ਹਾਂ ਸਮਝਾਤੀ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ, ਕਿ ਮੈਨੂੰ ਸਿੱਖ ਦਾ ਕਿਰਦਾਰ ਜਿਹੜਾ ਕਾਨੂੰਨ ਜੋ ਅਸੂਲ ਵਾ ਜਾਂ ਉਹ ਸਿੱਖ ਦਾ ਵਰਤਾਰਾ ਹੈਗਾ, ਮੈਨੂੰ ਉਹ ਪਿਆਰਾ ਹੈਗਾ, ਸਿੱਖ ਨਹੀਂ ਪਿਆਰਾ ਹੈਗਾ। ਪਰ ਅੱਜ ਦੇ ਜਿਹੜੇ ਉਹਨਾਂ ਦੇ ਪਿੱਛੇ ਲੱਗਣ ਵਾਲੇ, ਜੋ ਉਹਨਾਂ ਦੇ ਜਿਹੜੇ ਸੇਵਕ ਕਹਿ ਲਓ ਜਾਂ ਉਹਨਾਂ ਨੂੰ ਫੋਲੋ ਕਰਨ ਵਾਲੇ ਉਹ ਲੋਕੀ, ਉਹ ਉਹਦਾ ਕਿਰਦਾਰ ਨਹੀਂ ਦੇਖਦੇ ਹੈ। ਉਹ ਸਿਰਫ ਉਹਦੀਆਂ ਮਿੱਠੀਆਂ ਅਤੇ ਚੋਪੜੀਆਂ ਗੱਲਾਂ ਨੂੰ ਹੀ ਜਿਹੜਾ ਉਹ ਸੱਚ ਮੰਨ ਕੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਆ। ਇਸੇ ਕਰਕੇ ਅਗਰ ਸਾਹੀਂ ਧਰਮ ਦੇ ਰਾਹ ਦੇ ਵਿੱਚ ਤੁਰਨਾ ਤਾਂ ਫਿਰ ਭਾਈ ਜਿਵੇਂ ਕਿਸੇ ਬੱਸ ਦੇ ਵਿੱਚ ਸਵਾਰੀ ਕਰੀਏ ਤਾਂ ਅਗਰ ਅਸੀਂ ਉੱਥੋਂ ਟਿਕਟ ਲੈਂਦੇ ਕੰਡਕਟਰ ਕੋਲ ਅਤੇ ਉੱਤੇ ਲਿਖਿਆ ਹੁੰਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਇਸ ਕਰਕੇ ਹਰੇਕ ਇਨਸਾਨ ਜਿਹੜਾ ਜੋ ਵੀ ਸੰਸਾਰ ਦੇ ਵਿੱਚ ਆਇਆ, ਉਹਦੀ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਖੁਦ ਦੀ ਹੈਗੀ ਆ ਕਿ ਉਹਨੇ ਇਸ ਦੁਨੀਆ ਦੇ ਵਿੱਚੋਂ ਚੰਗੀਆਂ ਗੱਲਾਂ ਜਿਹੜੀਆਂ ਹੈਗੀਆਂ ਇਕੱਠੀਆਂ ਕਰਕੇ ਲਿਜਾਣੀਆਂ, ਜਾਂ ਉਹ ਗੱਲਾਂ ਇਕੱਠੀਆਂ ਕਰਕੇ ਲਿਜਾਣੀਆਂ ਜਿਹਦੀ ਦਰਗਾਹ ਦੇ ਵਿੱਚ ਕੋਈ ਕੀਮਤ ਨਹੀਂ ਹੈਗੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਸਿੱਖ ਨੇ ਸੋਨਾ ਇਕੱਠਾ ਕਰਨਾ ਹੈਗਾ, ਉਹ ਵਿਹਾਰ ਉਹ ਵਿਚਾਰ ਇਕੱਠਾ ਕਰਨਾ ਹੈਗਾ ਜਿਹਦਾ ਦਰਗਾਹ ਦੇ ਵਿੱਚ ਮੁੱਲ ਪਵੇ, ਕਦਰ ਹੋਵੇ। ਸਿੱਖ ਨੇ ਜਿਹੜੀ ਉਹ ਸੁਆਹ ਇਕੱਠੀ ਨਹੀਂ ਕਰਨੀ ਹੈ ਜਿਹਦੇ ਕਰਕੇ ਦਰਗਾਹ ਦੇ ਵਿੱਚ ਸ਼ਰਮਿੰਦਗੀ ਹੋਵੇ। ਸੋ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਇਹ ਸਮਝਾਇਆ ਹੈ ਕਿ ਕਬੀਰ ਚਤਰਾਈ ਅਤ ਕਣੀ, ਹਰ ਜਪ ਹਿਰਦੇ ਮਾਹੇ, ਸੂਰੀ ਉੱਪਰ ਖੇਲਣਾ ਗਿਰੇ ਤਾਂ ਠਾਰ ਨਾਹੀਂ। ਇਸ ਕਰਕੇ ਅੱਜ ਦੇ ਇਨਸਾਨ ਦੇ ਅੰਦਰ ਜਿਹੜੀ ਚੁਸਤ ਚਲਾਕੀ ਚਤਰਾਈ ਚੱਲਦੀ ਹੈਗੀ ਆ, ਇਹ ਅਤ ਕਣੀ ਹੈਗੀ ਆ। ਸੋ ਇਸ ਚਤਰਾਈ ਦੇ ਅੰਦਰ ਜਿਹੜੀ ਨਜ਼ਰ ਹੈਗੀ ਆ ਇਹ ਨਜ਼ਰ ਦੇ ਵਿੱਚ ਜਿਹੜਾ ਮੈਲਾਪਨ ਵਾ ਜਾਂ ਧੁੰਦਲਾਪਨ ਹੁੰਦਾ ਉਹ ਉਸ ਦਾ ਜੀਵਨ ਤਾਂ ਤਬਾਹ ਕਰਦਾ ਹੀ ਹੈ। ਪਰ ਇਹ ਨਜ਼ਰ ਜਿੱਧਰ ਵੀ ਚੱਲਦੀ ਹੈ ਉਹ ਦੂਸਰਿਆਂ ਦੀ ਜ਼ਿੰਦਗੀਆਂ ਨੂੰ ਜਿਹੜੀ ਤਬਾਹ ਕਰ ਦਿੰਦੀ ਹੈ। ਕਿਉਂਕਿ ਇਸ ਨਜ਼ਰ ਦੇ ਵਿੱਚ ਇਉਂ ਕਹਿ ਲਓ ਜਿਵੇਂ ਕਿਸੇ ਪਲੇਗ ਦੀ ਜਾਂ ਕਿਸੇ ਛੂਤ ਦੀ ਬਿਮਾਰੀ ਹੁੰਦੀ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਸਿੱਖ ਨੂੰ ਇਹਨਾਂ ਗੱਲਾਂ ਤੋਂ ਬੜਾ ਜਿਹੜਾ ਹੈਗਾ ਉਹ ਸੋਝੀ ਲੈਣੀ ਪੈਣੀ ਆ, ਕਿਉਂਕਿ ਉਹ ਆਪਣੇ ਜੀਵਨ ਦਾ ਆਪ ਜ਼ਿੰਮੇਵਾਰ ਹੈਗਾ। ਮਤ ਜਿਹੜਾ ਸਮਾਂ ਉਹਦੇ ਹੱਥੋਂ ਨਿਕਲ ਜਾਵੇ, ਇਹ ਜਦੋਂ ਨਿਕਲਿਆ ਹੋਇਆ ਸਮਾਂ ਜਿਹੜਾ ਫਿਰ ਚਲਿਆ ਜਾਂਦਾ ਹੈ ਤਾਂ ਫਿਰ ਉਹਦੇ ਅੰਦਰ ਇਕੱਲਾ ਸਿਰਫ ਪਛਤਾਵਾ ਹੀ ਰਹਿ ਜਾਂਦਾ। ਪਛਤਾਵੇ ਤੋਂ ਬਗੈਰ ਉਹਨੂੰ ਕੋਈ ਚੀਜ਼ ਹਾਸਲ ਨਹੀਂ ਹੁੰਦੀ। ਇਸ ਕਰਕੇ ਜਿਸ ਜਗਿਆਸੂ ਜਾਂ ਉਹ ਪ੍ਰਾਣੀ ਜਿਹੜਾ ਆਪਣੇ ਆਪ ਨੂੰ ਧਾਰਮਿਕ ਕਹਾਉਂਦਾ ਹੈਗਾ, ਪਹਿਲਾਂ ਤਾਂ ਉਹਨੂੰ ਆਪਣੀ ਜਿਹੜੀ ਨਜ਼ਰ ਹੈਗੀ ਹੈ ਮੈਲੀ ਹੈ, ਇਸ ਮੈਲੀ ਨਜ਼ਰ ਨੂੰ ਪਹਿਲਾਂ ਗੁਰੂ ਦੇ ਗਿਆਨ ਰਾਹੀਂ ਸਾਫ਼ ਕਰਨਾ ਪੈਣਾ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਕਿਹਾ ਹੈ ਕਿ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਕਿ ਗੁਰੂ ਦਾ ਜੋ ਗਿਆਨ ਅੰਜਨ ਹੈਗਾ, ਭਾਵ ਕੀ ਹੈ ਕਿ ਗੁਰੂ ਦੀ ਜੋ ਸ਼ਬਦ ਦੀ ਕਮਾਈ ਹੈ ਜਾਂ ਉਹ ਗੁਰ ਉਪਦੇਸ਼ ਜੋ ਸਾਨੂੰ ਪੂਰਨ ਗੁਰੂ ਸਾਹਿਬਾਂ ਨੇ ਬਖਸ਼ੇ ਹੋਏ ਆ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਧਾਰ ਕੇ ਕਮਾ ਕੇ ਅਤੇ ਕਿਸੇ ਐਸੀ ਮੰਜ਼ਿਲ ਵੱਲ ਤੁਰਨਾ ਹੈਗਾ ਜਿਸ ਮੰਜ਼ਿਲ ਨੂੰ ਵੱਡੇ ਵੱਡੇ ਦੇਵੀ ਦੇਵਤੇ ਰਿਸ਼ੀ ਮੁਨੀ ਤਰਸਦੇ ਹੈਗੇ ਆ। ਇਸ ਕਰਕੇ ਸਿੱਖ ਨੇ ਪਹਿਲਾਂ ਆਪਣੀ ਨਜ਼ਰ ਸਾਫ਼ ਕਰਨੀ ਆ। ਇਸ ਨਜ਼ਰ ਦੇ ਵਿੱਚ ਤਿੰਨ ਤਰ੍ਹਾਂ ਦੇ ਜਿਹੜੇ ਕਿਣ ਕੇ ਸਿੱਖ ਦੇ ਵਿੱਚ ਫਸੇ ਆ।
ਪਹਿਲਾ ਕਿਣਕਾ ਹੁੰਦਾ ਹੈ ਕਾਮ ਦਾ, ਦੂਸਰਾ ਹੈ ਉਹਦੇ ਅੰਦਰ ਲਾਲਚ ਕਿਸੇ ਦੀ ਜਾਗੀਰ ਦਾ, ਧਨ ਦੌਲਤ ਹੜੱਪਣ ਦਾ, ਅਤੇ ਤੀਸਰਾ ਉਹਦੀ ਜਿਹੜੀ ਨਜ਼ਰ 'ਚ ਕਿਣਕਾ ਫਸਿਆ ਹੁੰਦਾ ਨਾ ਉਹ ਹੁੰਦਾ ਹੈ ਕਿਸੇ ਨੂੰ ਦੁਸ਼ਮਣ ਸਮਝਣਾ ਅਤੇ ਕਿਸੇ ਨੂੰ ਮਿੱਤਰ ਸਮਝ ਲੈਣਾ। ਇਹ ਤਿੰਨ ਕਚਰੇ ਜਿਹੜੇ ਹਨ ਪ੍ਰਮੁੱਖ ਹੈਗੇ ਇਸ ਨਜ਼ਰ ਦੇ ਵਿੱਚ, ਜਿਹੜੀ ਇਸ ਨਜ਼ਰ ਨੂੰ 24 ਘੰਟੇ ਧੁੰਦਲਾ ਜਾਂ ਮੈਲਾ ਬਣਾਉਣ ਦੇ ਵਿੱਚ ਨਾ ਜ਼ਿਆਦਾ ਆਪਣਾ ਰੋਲ ਨਿਭਾਉਂਦੇ ਆ। ਇਸ ਕਰਕੇ ਸਿੱਖ ਨੇ ਤਿੰਨੇ ਹੀ ਕਚਰੇ ਜਿਹੜੇ ਹਨ ਕੱਢਣੇ ਹੈਗੇ ਆ। ਅਗਰ ਸਿੱਖ ਤਿੰਨੇ ਕਚਰੇ ਕੱਢਣ ਦੇ ਵਿੱਚ ਸਫਲ ਹੋ ਗਿਆ ਹੈ ਨਾ ਤਾਂ ਸਮਝ ਲਓ ਫਿਰ ਸਿੱਖ ਦੀ ਜਿਹੜੀ ਜੋ ਗੱਡੀ ਹੈਗੀ ਆ ਉਹ ਅਸਲ ਲੈਣ ਦੇ ਉੱਤੇ ਤੁਰੇਗੀ। ਨਹੀਂ ਤਾਂ ਗੱਡੀ ਲੈਣ 'ਤੇ ਤਾਂ ਕੀ ਚੜ੍ਹਨੀ ਹੈ, ਇਹ ਸਾਰੀ ਦਿਹਾੜੀ ਜਿਹੜੇ ਗੱਡੀ ਹੈਗੀ ਹੈ ਇਹ ਮੋਹ ਦੇ ਚੱਕਰ ਦੇ ਵਿੱਚ, ਕਾਮ ਕ੍ਰੋਧ ਦੇ ਖੱਡਿਆਂ ਦੇ ਵਿੱਚ ਜਿਹੜੀ ਹਮੇਸ਼ਾ ਡਿੱਗਦੀ ਰਹੇਗੀ। ਤਾਂ ਇਹਦੇ ਵਿੱਚ ਡਿੱਗਦਿਆਂ ਇਹਦੀ ਸਵਾਸਾਂ ਰੂਪੀ ਪੂੰਜੀ ਕਦ ਖਤਮ ਹੋ ਜਾਵੇ ਹੈ ਨਾ ਇਹ ਫਿਰ ਸਿੱਖ ਨੂੰ ਪਤਾ ਨਹੀਂ ਲੱਗੇਗਾ। ਇਸ ਕਰਕੇ ਜ਼ਰੂਰੀ ਹੈ ਕਿ ਸਾਨੂੰ ਹੋਸ਼ ਦੇ ਵਿੱਚ ਆਉਣਾ ਚਾਹੀਦਾ ਹੈਗਾ, ਅਤੇ ਜਦੋਂ ਅਸੀਂ ਹੋਸ਼ ਦੇ ਵਿੱਚ ਆਏ ਹਨ ਫਿਰ ਹੀ ਅਸੀਂ ਆਪਣਾ ਆਪ ਕੋ ਸਵਾਰ ਸਕਦੇ ਹਾਂ। ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਪੁਰਾਤਨ ਸਮੇਂ ਦੇ ਵਿੱਚ ਚਾਹੇ ਉਹ ਵੱਡੇ ਵੱਡੇ ਰਾਜਕੁਮਾਰ ਹੋਏ ਆ, ਚਾਹੇ ਰਿਸ਼ੀ ਮੁਨੀ ਹੋਏ ਆ, ਉਹਨਾਂ ਨੇ ਸਭ ਤੋਂ ਪਹਿਲਾਂ ਹੈ ਨਾ ਆਪਣੀ ਜਿਹੜੀ ਨਜ਼ਰ ਸੀਗੀ ਇਹਨੂੰ ਸਾਫ਼ ਕੀਤਾ ਹੈ। ਇਸ ਨਜ਼ਰ ਦੇ ਵਿੱਚ ਉਹਨਾਂ ਨੇ ਤਿੰਨ ਚੀਜ਼ਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਪਹਿਰੇ ਦਿੱਤੇ ਆ। ਉਹ ਕੀ ਹੈ ਕਿ ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਦ ਬਖਾਣੇ, ਆਪਣੀ ਇਸਤਰੀ ਸੋ ਰਤ ਹੋਈ, ਰਹਿਤਵੰਤ ਸਿੰਘ ਹੈ ਸੋਈ। ਭਾਵ ਕੀ ਆ ਕਿ ਉਹਨੇ ਤਾਂ ਪਹਿਲਾਂ ਹੈ ਨਾ ਜੋ ਕਾਮ ਹੈਗਾ ਇਹਦੇ ਉੱਤੇ ਫਤਿਹ ਪ੍ਰਾਪਤ ਕੀਤੀ ਹੈ, ਅਤੇ ਇਸ ਦ੍ਰਿਸ਼ਟੀ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਹੈ ਨਾ ਦ੍ਰਿਸ਼ਟੀ ਹੈਗੀ ਪੂਰੀ ਜਤ ਸਤ ਦੀ ਧਾਰਨੀ ਕੀਤੀ। ਉਹਦੇ ਵਿੱਚੋਂ ਅਸੀਂ ਰੂਪ ਬਸੰਤ ਦੇ ਕਿੱਸੇ ਵੀ ਸੁਣਦੇ ਹਾਂ, ਅਤੇ ਭਗਤ ਪੂਰਨ ਦੇ ਕਿੱਸੇ ਜਿਹੜੇ ਗੋਰਖਨਾਥ ਦੇ ਨਾਲ ਹੋਏ ਆ ਉਹਨਾਂ ਤੋਂ ਵੀ ਸਿੱਖ ਜਾਣੂ ਆ। ਇਸ ਤਰ੍ਹਾਂ ਦੇ ਹੋਰ ਨਹੀਂ ਅਨੇਕਾਂ ਕਿੱਸੇ ਸਾਨੂੰ ਪੁਰਾਤਨ ਸੁਣਨ ਦੇ ਵਿੱਚ ਮਿਲਦੇ ਆ। ਅਗਰ ਅਸੀਂ ਸਿੱਖੀ ਦੇ ਮੰਜ਼ਲਾਂ ਵੱਲ ਥੋੜ੍ਹਾ ਜਿਹਾ ਧਿਆਨ ਮਾਰੀਏ, ਸਿੱਖੀ ਦੇ ਵਿੱਚ ਜਿੰਨੇ ਵੀ ਪ੍ਰਮੁੱਖ ਮਹਾਂਪੁਰਖ ਹੋਏ ਆ, ਸੰਤ ਬਾਬਾ ਨੰਦ ਸਿੰਘ ਜੀ, ਸੰਤ ਬਾਬਾ ਤਰ ਸਿੰਘ ਜੀ ਮਸਤੂਆਣੇ ਵਾਲੇ, ਸੰਤ ਬਾਬਾ ਤਰ ਸਿੰਘ ਜੀ ਰੇਰੂ ਵਾਲੇ, ਬਾਬਾ ਈਸ਼ਰ ਸਿੰਘ ਜੀ, ਜਿੰਨੇ ਵੀ ਨਾ ਮਹਾਤਮਾ ਹੋਏ ਆ ਉਹਨਾਂ ਨੇ ਸਭ ਤੋਂ ਪਹਿਲਾਂ ਹੈ ਨਾ ਇਹਨਾਂ ਚੀਜ਼ਾਂ ਦੇ ਉੱਤੇ ਪਹਿਰਾ ਦਿੱਤਾ। ਅਗਰ ਉਹਨੇ ਰੱਬ ਦਾ ਨਾਮ ਵੀ ਲਿਆ ਹੈ ਨਾ, ਇਸ ਰੱਬ ਦੇ ਨਾਮ ਦੇ ਨਾਲ ਉਹ ਆਪਣੇ ਅੰਦਰ ਜਿਹੜਾ ਧੁੰਦਲਾਪਨ ਸੀਗਾ ਹੈ ਨਾ, ਇਸ ਨਜ਼ਰ ਦੇ ਵਿੱਚ ਮੈਲਾਪਨ ਸੀਗਾ, ਉਹਨੂੰ ਉਹ ਸਾਫ਼ ਕਰਦੇ ਰਹੇ ਆ। ਜਿਵੇਂ ਅਸੀਂ ਭਗਤ ਪੂਰਨ ਜੀ ਜੋ ਪਿੰਗਲਵਾੜੇ ਮਹਾਂਪੁਰਖ ਆ ਉਹਨਾਂ ਦੇ ਜੀਵਨ ਦੇ ਵਿੱਚ ਵੀ ਜਿਹੜੀ ਹੈਗੀ ਇੱਕ ਪ੍ਰਮੁੱਖ ਘਟਨਾ ਜਿਹੜੀ ਹੈਗੀ ਉਹ ਦੇਖਦੇ ਹਾਂ ਕਿ ਕਿਵੇਂ ਇੱਕ ਜਿਹੜੀ ਇਸਤਰੀ ਸੀ ਜਿਹੜੀ ਕਾਮ ਦੇ ਵਿੱਚ ਜਿਹੜੀ ਸੀਗੀ ਉਹ ਮਸਤ ਹੋਈ ਉਹਨਾਂ ਦੇ ਕੋਲ ਪਹੁੰਚੀ ਆ, ਪਰ ਉਹਨੂੰ ਦੇਖਦੇ ਸਾਰੇ ਭਗਤ ਪੂਰਨ ਸਿੰਘ ਜੀ ਨੇ ਉੱਚੀ ਉੱਚੀ ਗੁਰੂ ਰਾਮਦਾਸ ਮਹਾਰਾਜ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਜਦ ਫਿਰ ਵੀ ਇਸਤਰੀ ਨਹੀਂ ਰੁਕੀ ਹਨ ਅਤੇ ਫਿਰ ਭਗਤ ਪੂਰਨ ਸਿੰਘ ਹੋਣਾ ਨੇ ਬਾਬਾ ਦੀਪ ਸਿੰਘ ਸ਼ਹੀਦ ਮਹਾਂਪੁਰਖਾਂ ਨੂੰ ਆਵਾਜ਼ਾਂ ਮਾਰੀਆਂ, ਅਤੇ ਬਸ ਉਹਨਾਂ ਆਵਾਜ਼ਾਂ ਦਾ ਅਸਰ ਉਹ ਇਸਤਰੀ 'ਤੇ ਐਸਾ ਹੋਇਆ ਜਿਹੜੀ ਸੀ ਕਿ ਉਹਦੇ ਅੰਦਰ ਜਿਹੜੀ ਕਾਮ ਬਿਰਤੀ ਸੀ ਹੈ ਨਾ ਉਹ ਨਸ਼ਟ ਹੋ ਗਈ। ਉਸੇ ਟਾਈਮ ਉਹ ਮਾਫੀ ਮੰਗ ਕੇ ਜਿਹੜੀ ਸੀ ਉਹ ਚਲੇ ਗਈ। ਇਸੇ ਕਰਕੇ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਦੇ ਜਿਹੜੇ ਹਨ ਮਹਾਨ ਭਗਤਾਂ ਦੇ ਵਿੱਚ ਫਿਰ ਗਿਣੇ ਗਏ ਆ। ਭਾਵ ਕੀ ਆ ਕਿ ਅਗਰ ਕਿਸੇ ਨੇ ਇਸ ਮੁਕਾਮ ਨੂੰ ਹਾਸਲ ਕਰਨਾ, ਇਹਨਾਂ ਦੇ ਉੱਤੇ ਜਿਹੜਾ ਹੈਗਾ ਕਿਸੇ ਨਾ ਕਿਸੇ ਮੰਜ਼ਿਲ ਨੂੰ ਆਪਣਾ ਮੁਕਾਮ ਬਣਾਉਣਾ, ਆਪਣਾ ਇਸ਼ਟ ਬਣਾਉਣਾ, ਫਿਰ ਉਹਨਾਂ ਨੂੰ ਤਿੰਨਾਂ ਚੀਜ਼ਾਂ 'ਤੇ ਪਹਿਰਾ ਦੇਣਾ ਪੈਣਾ ਹੈਗਾ। ਅਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਿੱਖ ਦੇ ਅੰਦਰ ਕਿਸੇ ਦੂਸਰੇ ਦੇ ਪ੍ਰਤੀ ਉਹਦੀ ਧਨ ਦੌਲਤ ਦੀ ਜੋ ਜਾਇਦਾਦ ਹਨ ਉਹਨੂੰ ਹੜੱਪਣ ਦੇ ਜਿਹੜੇ ਮਨਸੂਬੇ ਹੈਗੇ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰ ਚੱਲਦੇ ਰਹਿੰਦੇ ਆ। ਇਹਦੇ ਉੱਤੇ ਬੜਾ ਪਹਿਰਾ ਦੇਣ ਦੀ ਲੋੜ ਹੈ। ਅੱਜ ਅਸੀਂ ਦੇਖਦੇ ਹਾਂ ਕਿ ਵੱਡੇ ਵੱਡੇ ਆਪਣੇ ਆਪ ਨੂੰ ਸਰਦਾਰ ਕਹਾਉਣ ਵਾਲੇ ਜਿਹੜੇ ਆਦਮੀ ਹੈਗੇ ਨਾ ਇਹਨਾਂ ਚੱਕਰਾਂ ਦੇ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਆ। ਸੋ ਕਹਿਣ ਤੋਂ ਭਾਵ ਇੰਨਾ ਹੈਗਾ ਕਿ ਅਗਰ ਅਸੀਂ ਸਰਦਾਰੀ ਹਾਸਲ ਕਰਨੀ ਆ ਫਿਰ ਅਸੀਂ ਉਹ ਕੰਮ ਕਰਨਾ ਹੈ ਕਿ ਜਿਹਦੇ ਨਾਲ ਸਰਦਾਰੀ ਨੂੰ ਦਾਗ ਨਾ ਲੱਗੇ। ਪਰ ਅਗਰ ਅੱਜ ਦੀ ਨਜ਼ਰ ਦੇ ਵਿੱਚ ਦੇਖੀਏ ਕਿ ਜਿੰਨੇ ਵੀ ਵੱਡੇ ਵੱਡੇ ਅਹੁਦਿਆਂ ਉੱਤੇ ਆਪਣੇ ਆਪ ਨੂੰ ਸਰਦਾਰ ਕਹਾਉਣ ਵਾਲੇ ਉਹ ਸ਼ਖਸ ਜਿਹੜੇ ਹੈਗੇ ਆ ਉਹ ਇਹਨਾਂ ਦੇ ਵਿੱਚ ਜਿਹੜਾ ਨਾ ਪੂਰੀ ਤਰ੍ਹਾਂ ਜਾਂ ਬੁਰੀ ਤਰ੍ਹਾਂ ਫਸੇ ਹੋਏ ਆ। ਇਹਨਾਂ ਦੇ ਵਿੱਚੋਂ ਕਾਮ ਦੇ ਕਈ ਐਸੇ ਕੇਸ ਇਹਨਾਂ ਵਿੱਚ ਫਸੇ ਹੋਏ ਆ, ਅਤੇ ਬੈਂਕ ਘਟਾਲਿਆਂ ਦੇ ਦੌਲਤਾਂ ਦੇ ਚੱਕਰਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਨਾ ਸਿੱਖੀ ਨੂੰ ਇੱਕ ਕਲੰਕਿਤ ਕਰਕੇ ਰੱਖ ਦਿੱਤਾ। ਅਤੇ ਇਸ ਕਲੰਕ ਦੇ ਨਾਲ ਅੱਜ ਦੀ ਦੁਨੀਆ ਦੇ ਵਿੱਚ ਸਿੱਖੀ ਦਾ ਜਿਹੜਾ ਨਾ ਕਿਰਦਾਰ ਹੈਗਾ ਉਹ ਬੜਾ ਹੌਲਾ ਅਤੇ ਸ਼ੋਸ਼ਾ ਹੋ ਗਿਆ ਹੈਗਾ। ਸੋ ਉਹ ਮਨੁੱਖ ਜਿਹੜੇ ਕਦੀ ਸੋਚ ਨਹੀਂ ਸੀ ਸਕਦੇ ਵੀ ਸਿੱਖ ਵੀ ਐਸੇ ਹੁੰਦੇ ਆ,
ਪਰ ਅੱਜ ਸਿੱਖਾਂ ਨੇ ਕਲੰਕ ਦੇ ਵੀ ਸਾਰੇ ਨਾ ਹੱਦ ਬੰਨੇ ਪਾਰ ਕਰ ਦਿੱਤੇ ਆ। ਭਾਵ ਕਿ ਉਹਨਾਂ ਦੇ ਅੰਦਰ ਜਿਹੜਾ ਲਾਲਚ ਹੈ ਨਾ ਉਹ ਇੰਨਾ ਵੱਧ ਚੁੱਕਾ ਹੈਗਾ ਕਿ ਗੁਰੂ ਸਾਹਿਬ ਦੇ ਜਿੰਨੇ ਵੀ ਉਪਦੇਸ਼ ਸੀ ਹੈ ਨਾ ਬਸ ਇਹਨਾਂ ਨੂੰ ਉਹਨਾਂ ਨੇ ਖਾਰਜ ਕਰਕੇ ਆਪਣੀ ਇੱਕ ਮਨ ਦੀ ਦੁਨੀਆ ਦੇ ਵਿੱਚ ਬੁਰੀ ਤਰ੍ਹਾਂ ਹੈ ਨਾ ਉਹ ਐਸੇ ਫਸ ਗਏ, ਐਸੇ ਮਸਤ ਹੋ ਗਏ ਕਿ ਉਹਨਾਂ ਨੂੰ ਹੈ ਨਾ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਨਾ ਕੋਈ ਸੋਝੀ ਨਹੀਂ ਹੈ। ਭਾਵ ਕਿ ਉਹ ਮੂਰਖਪੁਣਾ ਜਿਹੜਾ ਉਹਨਾਂ ਨੇ ਉਹ ਜ਼ਿੰਦਗੀ ਵਿੱਚ ਦੁਨੀਆ ਦੇ ਸਾਹਮਣੇ ਕਰਕੇ ਦਿਖਾਤਾ ਹੈ ਨਾ, ਜਿਸ ਕਰਕੇ ਆਮ ਜਿਹੜੇ ਚੰਗੇ ਗੁਰਸਿੱਖ ਹੈ ਨਾ ਉਹ ਵੀ ਮਨ ਦੇ ਵਿੱਚ ਜਿਹੜੇ ਹੈ ਨਾ ਸ਼ਰਮਸਾਰ ਹੋਏ ਹੋ ਆ। ਕਿਉਂਕਿ ਕੋਈ ਸਮਾਂ ਸੀ ਜਦੋਂ ਸਿੱਖੀ ਦਾ ਕਿਰਦਾਰ ਬੜਾ ਉੱਚਾ ਸੀਗਾ। ਇੱਕ ਸਿੱਖ ਹੁੰਦਾ ਸੀਗਾ ਤਾਂ 1000 ਆਦਮੀ ਜਿਹੜੇ ਉਹਨਾਂ ਨੂੰ ਦੇਖਣ ਵਾਲੇ ਹੁੰਦੇ ਸੀ ਨਾ ਉਹ ਸਿੱਖ ਨੂੰ ਦੇਖਦੇ ਰਹਿ ਜਾਂਦੇ ਸੀ। ਕਿਉਂਕਿ ਅੱਜ ਤੋਂ 50 ਸਾਲ ਪਹਿਲਾਂ ਅਗਰ ਵੱਡੇ ਅਹੁਦਿਆਂ 'ਤੇ ਅਸੀਂ ਦੇਖਦੇ ਹਾਂ, ਚਾਹੇ ਉਹ ਸਿਵਲ ਵਾ, ਚਾਹੇ ਆਰਮੀ, ਚਾਹੇ ਪੁਲਿਸ ਵਾ, ਵੱਡੇ ਅਹੁਦਿਆਂ 'ਤੇ ਸਰਦਾਰ ਜਿਹੜੇ ਸੀਗੇ ਉਹ ਨਿਯੁਕਤ ਹੁੰਦੇ ਸੀਗੇ। ਸੋ ਇਹ ਜਿਹੜੀਆਂ ਨਾ ਸਰਦਾਰਾਂ ਦੀ ਉਹਨਾਂ ਟਾਈਮਾਂ ਦੇ ਵਿੱਚ ਠਾਠ ਬਾਠ ਹੁੰਦੀ ਸੀਗੀ, ਇਹ ਸੀ ਉਹਨਾਂ ਦਾ ਉੱਚਾ ਕਿਰਦਾਰ। ਸੋ ਅੱਜ ਦਾ ਜਿਹੜਾ ਹੈ ਨਾ ਸਮਾਂ ਹੈਗਾ, ਅਸੀਂ ਦੇਖਦੇ ਹਾਂ ਕਿ ਸਾਡੀਆਂ ਜਿਹੜੀਆਂ ਅੰਦਰ ਨਿਆਰਾਪਨ ਦੀਆਂ ਜੋ ਤਰੰਗਾਂ ਸੀਗੀਆਂ ਹਨ ਅੱਜ ਜਿਹੜੀਆਂ ਹਨ ਘਟ ਕੇ ਬਿਲਕੁਲ ਨਾ ਮਾਤਰ ਰਹਿ ਗਈਆਂ ਹੈ। ਅੱਜ ਦੇ ਅਸੀਂ ਦੇਖਦੇ ਹਾਂ ਕਿ ਉਸ ਸਮੇਂ ਅਤੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਦੂਸਰੀਆਂ ਕੌਮਾਂ ਹਨ ਉਹ ਸਿੱਖਾਂ ਨਾਲੋਂ ਜ਼ਿਆਦਾ ਤਰੱਕੀ ਕਰ ਗਈਆਂ। ਕਹਿਣ ਦਾ ਭਾਵ ਇਹ ਹੈਗਾ ਕਿ ਉਹਨਾਂ ਨੇ ਜੋ ਸਿੱਖੀ ਤੋਂ ਹੈ ਨਾ ਬਹੁਤ ਕੁਝ ਸਿੱਖਿਆ ਹੈਗਾ, ਸਿੱਖ ਕੇ ਕਮਾਇਆ ਹੈਗਾ, ਪਰ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਣ ਦੇ ਬਾਵਜੂਦ ਵੀ ਹੈ ਨਾ ਉਹ ਚੀਜ਼ ਨਹੀਂ ਲੈ ਸਕੇ ਜਿਹੜੀ ਸਾਡੀ ਘਰ ਦੇ ਵਿੱਚ ਗੰਗਾ ਚੱਲਦੀ ਆ। ਸੋ ਕਹਿਣ ਤੋਂ ਭਾਵ ਇਹ ਸਾਡੀ ਜਿਹੜੀ ਹੈ ਨਾ ਨਜ਼ਰ ਹੈਗੀ ਉਹ ਇੰਨੀ ਧੁੰਦਲੀ ਹੋ ਗਈ ਆ ਕਿ ਸਾਨੂੰ ਗੁਰੂ ਘਰ ਦੀ ਗੰਗਾ ਜਿਹੜੀ ਦਿਖਾਈ ਨਹੀਂ ਦਿੰਦੀ। ਇਸੇ ਕਰਕੇ ਅਸੀਂ ਉਹ ਜਿਹੜੇ ਨਦੀਆਂ ਨਾਲੇ ਲੱਭਦੇ ਹਾਂ, ਜਿਹਨਾਂ ਨਦੀਆਂ ਨਾਲਿਆਂ ਦੇ ਵਿੱਚ ਹੈ ਨਾ ਸਿਰਫ ਅਤੇ ਸਿਰਫ ਜਿਹੜੇ ਡੱਡੂ ਅਤੇ ਮੱਛੀਆਂ ਹੈ। ਅੱਜ ਦਾ ਸਿੱਖ ਜਿਹੜਾ ਹੈ ਨਾ ਉਹ ਬੰਗਲੇ ਵਰਗਾ ਹੋ ਗਿਆ, ਡੱਡੂਆਂ ਮੱਛੀਆਂ ਖਾਣ ਦਾ ਜਿਹੜਾ ਹੈ ਨਾ ਸ਼ੌਕੀਨ ਹੋ ਗਿਆ ਹੈਗਾ। ਪਰ ਉਹ ਇਹ ਨਹੀਂ ਜਾਣਦਾ ਕਿ ਸਾਨੂੰ ਗੁਰੂ ਸਾਹਿਬ ਨੇ 10 ਜਾਮਿਆਂ ਦੇ ਵਿੱਚ ਇੱਕ ਐਸੀ ਬਿਰਤੀ ਬਖਸ਼ੀ ਸੀ ਜਿਸ ਨੂੰ ਅਸੀਂ ਪਰਮਹੰਸ ਕਹਿੰਦੇ ਸੀ। ਅਤੇ ਉਸ ਟਾਈਮ ਦੇ ਜਿਹੜੇ ਸਿੱਖ ਸੀ ਨਾ ਪਰਮਹੰਸ ਤੋਂ ਵੀ ਉੱਪਰ ਸੀ, ਜਿਹੜੇ ਸੁੱਚੇ ਮੋਤੀ ਖਾਂਦੇ ਸੀ ਅਤੇ ਸੁੱਚੇ ਮੋਤੀ ਹੀ ਜਿਹੜੇ ਹੈ ਨਾ ਉਹ ਆਪਣੀ ਰਸਨਾ ਤੋਂ ਉਗਲਦੇ ਹੁੰਦੇ ਸੀਗੇ। ਉਹਨਾਂ ਦਾ ਕੋਈ ਕਿਰਦਾਰ ਸੀ, ਕੋਈ ਜ਼ਮੀਰ ਸੀਗੀ, ਕੋਈ ਸਟੈਂਡ ਸੀਗਾ ਜ਼ਿੰਦਗੀ ਦੇ ਵਿੱਚ। ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਅੱਜ ਇੱਕ ਸੁਪਨਾ ਮਾਤਰ ਹੋ ਗਈਆਂ ਹੈ। ਇਸ ਕਰਕੇ ਅਸੀਂ ਅਰਸ਼ ਤੋਂ ਫਰਸ਼ 'ਤੇ ਡਿੱਗ ਪਏ ਹਾਂ। ਅਗਰ ਅਸੀਂ ਆਪਣੇ ਆਪ ਨੂੰ ਨਹੀਂ ਸੰਭਾਲ ਸਕੇ ਫਿਰ ਸਮਾਂ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਦਾ ਆ ਜਾਏਗਾ ਕਿ ਜਿਹੜੀ ਕੌਮ 1.25 ਲੱਖ ਦੇ ਨਾਲ ਲੜਦੀ ਸੀ ਹੈ ਨਾ ਉਹ ਇਕੱਲੇ ਨਾਲ ਲੜਨ ਦੇ ਵਿੱਚ ਵੀ ਜਿਹੜੀ ਹੈਗੀ ਆ ਉਹ ਇੰਨੀ ਕਮਜ਼ੋਰ ਹੋ ਜਾਊਗੀ ਕਿ ਉਹ ਆਪਣਾ ਆਪ ਤਾਂ ਗਵਾਊਗੀ ਦੁਨੀਆ ਦੇ ਵਿੱਚ। ਕਿਸੇ ਦੀ ਮਦਦ ਉਹ ਕੀ ਕਰ ਸਕਦੀ ਹੈ। ਸੋ ਇਸ ਕਰਕੇ ਜ਼ਰੂਰੀ ਆ ਭਾਈ ਸਾਨੂੰ ਜੋ ਗੁਰੂ ਸਾਹਿਬ ਨੇ ਕਿਹਾ ਹੈ ਕਿ ਆਪਣੀ ਪਹਿਲਾਂ ਨਜ਼ਰ ਨੂੰ ਸਾਫ਼ ਕਰੀਏ। ਇਹ ਜੈਸੀ ਨਜ਼ਰ ਦੇ ਵਿੱਚ 3 ਜੋ ਕਿਣਕੇ ਫਸੇ ਹੋਏ ਹਨ ਬੜੇ ਗਹਿਰੇ, ਇਹਨਾਂ ਨੂੰ ਕੱਢਣਾ ਹੈ। ਪਹਿਲਾ ਕੀ ਹੈ, ਕਿਸੇ ਪਰਾਈ ਇਸਤਰੀ ਵੱਲ ਤੱਕਣਾ ਅਤੇ ਉਹਦੇ ਬਾਰੇ ਆਪਣੇ ਜਿਹੜੇ ਹਾਵ ਭਾਵ ਹੈ ਉਹ ਬੁਰੇ ਲਿਆਉਣੇ। ਦੂਸਰਾ ਕੀ ਹੈ, ਕਿਸੇ ਦੀ ਧਨ ਦੌਲਤ ਜਗੀਰ ਨੂੰ ਹੜੱਪਣ ਦੇ ਜਿਹੜੇ ਮਨਸੂਬੇ ਚੱਲਦੇ ਹੈ ਇਹ ਜਿਹੜੇ ਹਨ ਇਹ ਬਿਲਕੁਲ ਬਾਹਰ ਕੱਢਣੇ ਪੈਣੇ। ਤਾਂ ਤੀਸਰਾ ਸਾਡੇ ਅੰਦਰ ਜਿਹੜਾ ਦੁਸ਼ਮਣ ਅਤੇ ਮਿੱਤਰ ਭਾਵ ਬਣਦਾ ਹੈ ਨਾ ਇਸ ਨੂੰ ਤਿਆਗਣਾ ਪੈਣਾ ਹੈਗਾ। ਜਦੋਂ ਅਸੀਂ 3 ਚੀਜ਼ਾਂ ਤਿਆਗਾਂਗੇ ਹੈ ਨਾ ਫਿਰ ਹੀ ਅਸੀਂ ਪਰਮਾਰਥ ਦੀ ਸਹੀ ਸੜਕ ਸਹੀ ਮੰਜ਼ਿਲ ਨੂੰ ਚੁਣਾਂਗੇ ਤਾਂ ਫਿਰ ਅਸੀਂ ਉੱਤੇ ਹੈ ਨਾ ਤੁਰਨ ਜੋਗੇ ਹੋ ਸਕਦੇ ਹਾਂ। ਬਸ ਇਹ ਚੀਜ਼ ਦਾ ਪਹਿਰਾ ਜਿਹੜਾ ਜ਼ਰੂਰੀ ਆ। ਇਸੇ ਕਰਕੇ ਜਿਹੜਾ ਪੁਰਾਤਨ ਸਮਾਂ ਸੀਗਾ ਕਿ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਉਹੀ ਗੱਲ ਜਿਹੜੀ ਹੈ ਨਾ ਉਹ ਅੱਜ ਦੇ ਇਹਨਾਂ ਮੁਖੌਟੇ ਵਾਲੇ ਸਿੱਖਾਂ ਦੇ ਉੱਤੇ ਜਿਹੜੀ ਹੈਗੀ ਉਹ ਲਾਗੂ ਹੋ ਜਾਣੀ ਆ। ਕਿਉਂਕਿ ਅਗਰ ਇਹਨਾਂ ਨੇ ਇਹ 3 ਚੀਜ਼ਾਂ ਜ਼ਿੰਦਗੀ 'ਚ ਨਾ ਸੰਭਾਲੀਆਂ ਤਾਂ ਫਿਰ ਇਹਨਾਂ ਦਾ ਇਸ ਲੋਕ ਦੇ ਵਿੱਚ ਵੀ ਮੂੰਹ ਕਾਲਾ ਰਹੇਗਾ ਅਤੇ ਪਰਲੋਕ ਦੇ ਵਿੱਚ ਵੀ ਹੋਵੇਗਾ। ਇਸੇ ਕਰਕੇ ਸਾਨੂੰ ਮਹਾਰਾਜ ਨੇ ਕਿਹਾ ਹੈਗਾ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਅਤੇ ਇਸ ਕਰਕੇ ਰਹਿਤ ਪਿਆਰੀ ਹੈ। ਜਿਹੜੇ ਗੁਰਸਿੱਖ ਰਹਿਤ ਦੇ ਵਿੱਚ ਪਰਪੱਕ ਹੋਣਗੇ ਉਹ ਉਜਲੇ ਹੋਣਗੇ, ਉਹ ਇੰਨੇ ਉੱਚੇ ਹੋ ਜਾਣਗੇ ਜਿਹਨੂੰ ਗੁਰਬਾਣੀ ਨੇ ਕਿਹਾ ਕਿ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਇਸ ਦੁਨੀਆ ਦੇ ਉੱਤੇ ਤਾਂ ਕੀ ਜਿਹੜੇ ਹੈਗੇ ਲੋਕਾਂ ਨੇ ਉਹਨਾਂ ਦੇ ਜੋ ਪ੍ਰਭਾਵ ਹੈਗਾ ਉਹਨਾਂ ਨੂੰ ਕਬੂਲਣਾ ਹੈਗਾ,
ਉਹ ਤਾਂ ਵੱਡੇ ਵੱਡੇ ਜਿਹੜੇ ਜਮਦੂਤ ਅੜੀਅਲ ਜਮਦੂਤ ਹੁੰਦੇ ਹਨ ਉਹ ਵੀ ਉਹਨਾਂ ਦਾ ਪ੍ਰਤਾਪ ਦੇਖ ਕੇ ਦੂਰ ਭੱਜ ਜਾਂਦੇ ਆ। ਸੋ ਸਿੱਖ ਨੇ ਐਸਾ ਜੀਵਨ ਜੀਣਾ ਹੈਗਾ ਜੋ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੈਗਾ। ਸਾਨੂੰ ਉਹਨਾਂ ਗੱਲਾਂ ਦੇ ਉੱਤੇ ਪਹਿਰਾ ਦੇਣਾ ਪੈਣਾ ਹੈਗਾ ਜਿਸ ਦੀ ਜਿਹੜੀ ਉਮੀਦ ਵਾ ਗੁਰੂ ਸਾਹਿਬ ਮਹਾਰਾਜ ਨੇ 1469 ਤੋਂ ਲੈ ਕੇ 1708 ਤੱਕ ਜਿਹੜੀ ਸੀਗੀ ਉਹ ਆਪਣੇ ਸਰੀਰ ਰੂਪ ਦੇ ਵਿੱਚ ਰਹਿ ਕੇ ਸਿਖਾਲੀ ਆ, ਅਤੇ ਅੱਜ ਸ਼ਬਦ ਰੂਪ ਦੇ ਵਿੱਚ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਹਨ ਉਹਦੀ ਅਗਵਾਈ ਕਰਦੇ ਹੈਗੇ ਆ। ਸੋ ਅੱਜ ਦੀ ਜ਼ਰੂਰਤ ਜੋ ਹੈ ਨਾ ਸਭ ਤੋਂ ਵੱਡੀ ਹੈਗੀ ਆ ਕਿ ਇੱਕ ਛੋਟੀ ਜਿਹੀ ਜ਼ਿੰਦਗੀ ਵਾਸਤੇ ਅਸੀਂ ਐਡੇ ਐਡੇ ਭਾਰੇ ਜਿਹੜੇ ਨਿਕੰਮੇ ਕੰਮ ਕਰਦੇ ਹਾਂ ਕਿ ਜਿਹਦੇ ਨਾਲ ਅਸੀਂ ਤਾਂ ਸ਼ਰਮਸਾਰ ਹੁੰਦੇ ਹਾਂ, ਸਿੱਖ ਤਾਂ ਕਲੰਕਿਤ ਹੁੰਦਾ ਹੀ ਆ, ਪਰ ਆਉਣ ਵਾਲੀ ਜਿਹੜੀ ਹੈ ਨਾ ਪਨੀਰੀ ਹੈਗੀ ਆ ਜਾਂ ਆਉਣ ਵਾਲੀਆਂ ਸਿੱਖ ਬੱਚਿਆਂ ਦੇ ਜੋ ਜੀਵ ਹੈਗੇ ਆ ਉਹਨਾਂ ਜੀਵਾਂ ਦੇ ਉੱਤੇ, ਉਹਨਾਂ ਰੂਹਾਂ ਦੇ ਉੱਤੇ ਇਹਨਾਂ ਦਾ ਕੀ ਪ੍ਰਭਾਵ ਪਏਗਾ ਇਹ ਤਾਂ ਉਹ ਜਾਣ ਹੀ ਨਹੀਂ ਸਕਦੇ। ਇਸੇ ਕਰਕੇ ਜ਼ਰੂਰੀ ਆ ਕਿ ਭਾਈ ਗੁਰੂ ਜੀ ਦੇ ਬਚਨਾਂ 'ਤੇ ਪਹਿਰਾ ਦਿਓ, ਜਿਹਦੇ ਨਾਲ ਆਪ ਵੀ ਕਲੰਕਿਤ ਹੋਣ ਤੋਂ ਬਚੋ ਅਤੇ ਸਿੱਖ ਕੌਮ ਦਾ ਨਾਮ ਵੀ ਜਿਹੜਾ ਹੈ ਉਹ ਉੱਚਾ ਹੋਵੇ। ਇਸ ਕਰਕੇ ਆਪਣੇ ਸਵਾਰਥ ਨੂੰ ਛੱਡ ਕੇ ਦੂਸਰੇ ਦੀ ਭਲਾਈ ਵਾਸਤੇ ਸੋਚਣਾ ਜਿਹੜਾ ਹੈ ਨਾ ਉਹ ਸਿੱਖ ਦੀ ਪਹਿਲ ਕਦਮੀ ਹੈਗੀ ਆ, ਅਗਰ ਉਹਨੇ ਆਪਣਾ ਇਹ ਜੀਵਨ ਦੀ ਬਾਜੀ ਜਿੱਤ ਕੇ ਜਾਣੀ ਆ। ਨਹੀਂ ਤਾਂ ਭਾਈ ਜਿਹੜੀ ਹੈ ਇਹ ਜੋ ਬਾਜੀ ਹੈ, ਇਹ ਜੋ ਸਮਾਂ ਵਾਹਿਗੁਰੂ ਨੇ ਇਸ ਜੀਵ ਨੂੰ ਬਖਸ਼ਿਆ ਹੈਗਾ, ਅਗਰ ਇਹ ਸਮਾਂ ਜਿਹੜਾ ਹੈ ਇਹਦੇ ਉੱਥੋਂ ਨਿਕਲ ਗਿਆ, ਸਵਾਸਾਂ ਰੂਪੀ ਜਿਹੜੀ ਪੂੰਜੀ ਹੈਗੀ ਆ ਇਹਨਾਂ ਹੀ ਹਾਲਾਤਾਂ ਦੇ ਵਿੱਚ ਖਰਚ ਹੋ ਗਈ, ਤਾਂ ਬਸ ਫਿਰ ਜਿਹੜਾ ਉਹ ਜੀਵ ਹੈਗਾ ਉਹ ਹਮੇਸ਼ਾ ਦੇ ਵਾਸਤੇ ਇਸ ਸੰਸਾਰ ਦੇ ਵਿੱਚੋਂ ਵੀ ਕਲੰਕਿਤ ਰਹੇਗਾ, ਆਉਣ ਵਾਲੀਆਂ ਜੂਨਾਂ ਦੇ ਵਿੱਚ ਜਿੱਥੇ ਵੀ ਜਾਏਗਾ ਹਨ ਕਲੰਕਿਤ ਹੀ ਰਹੇਗਾ ਕਿ ਉਹਦਾ ਜੀਵਨ ਜਿਹੜਾ ਨਾ ਫਿੱਕਾ ਹੋਏਗਾ। ਤਾਂ ਇਸੇ ਕਰਕੇ ਫਿੱਕੇ ਜੀਵਨ ਵਾਲੇ ਸਿੱਖ ਨੂੰ ਬਾਣੀ ਨੇ ਕਿਹਾ ਕਿ ਫਿੱਕਾ ਦਰਗਾਹ ਸੁੱਟੀਏ, ਮੂੰਹ ਥੋਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ, ਪਾਣਾ ਲਹੇ ਸਜਾਏ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਵਾ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।